आप बोल के चले जाते ने, सुनते नहीं हैगे, सुनाउंदे ने नरेंद्र मोदी वांगू। थोड़े मन की बात थोड़ी सुनता है, महीने के आखिरी एतवार को आपदे मन की बात करता है। व्यापारी लीडरां कोले, पोलीटिकल लोकां कोले उदों जांदा है जदों वोटां च महीना कराया जाता है। वो फिर दो लाल रंग दियां थैलियां, लाल रंग दियां थैलियां वो दोनों को ही लै जाता है। वो च पैसे होंदे ने, ਲੱਖਾਂ रुपये होंदे ने, ਉਹਦੀ ਆਪਦੀ ਮਿਹਨਤ ਦੀ ਕਮਾਈ ਦੇ। ਉਹ ਇਸ ਕਰਕੇ ਨਹੀਂ ਉਹਨਾਂ ਨੂੰ ਫੰਡ ਦਿੰਦਾ ਕਿ ਤੁਸੀਂ ਆਓ ਤੇ ਤੁਹਾਡੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਊਗੀ। ਉਹ ਦਿਲੋਂ ਦੁਖੀ ਹੁੰਦਾ ਹੈ। ਬਾਹਰੋਂ ਤਾਂ ਕਹਿੰਦਾ ਵੀ ਆ ਲਓ ਜੀ ਇੱਕ ਭੇਟਾ ਥੋੜੀ ਜੀ, ਅੰਦਰੋਂ ਇਹ ਕਹਿੰਦਾ ਹੁੰਦਾ ਹੈ ਆ ਲਓ ਜੀ ਜੇ ਤੁਸੀਂ ਸਰਕਾਰ ਚ ਆ ਗਏ ਸਾਨੂੰ ਤੰਗ ਨਾ ਕਰਿਓ। ਲੋਕਾਂ ਨੂੰ ਡਰਾਉਣ ਵਾਸਤੇ ਥੋੜੀ ਸਰਕਾਰਾਂ ਬਣਦੀਆਂ ਨੇ, ਲੋਕਾਂ ਨੂੰ ਤਰੱਕੀ ਕਰਾਉਣ ਵਾਸਤੇ, ਲੋਕਾਂ ਦੇ ਕਾਰੋਬਾਰ ਵਧਾਉਣ ਵਾਸਤੇ ਸਰਕਾਰਾਂ ਬਣਦੀਆਂ ਨੇ। ਕੇਵਲ ਢਿੱਲੋਂ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਜਦੋਂ ਭਰੇ ਕਾਗਜ਼, ਉਹਦੇ ਵਿੱਚ ਇਹ ਡਿਕਲੇਅਰ ਕੀਤਾ ਮੇਰੇ ਕੋਲੇ 4 ਵਿਦੇਸ਼ੀ ਘੜੀਆਂ ਨੇ ਜਿਨ੍ਹਾਂ ਦੀ ਕੀਮਤ 16 ਲੱਖ ਹੈ, 4 ਲੱਖ ਦੀ ਇੱਕ ਘੜੀ। ਤਾਂ ਮੈਂ ਲੋਕਾਂ ਨੂੰ ਕਿਹਾ ਵੀ ਦੇਖ ਲਓ ਕੁਦਰਤ ਹੈ, 16 ਲੱਖ ਦੀਆਂ ਘੜੀਆਂ ਲਈ ਫਿਰਦਾ, ਵਕਤ ਫੇਰ ਵੀ ਮਾੜਾ ਚੱਲ ਰਿਹਾ ਹੈ। ਆੜਤੀਏ ਬੈਠੇ ਹੋਣਗੇ, ਬਾਬਾ ਆੜਤੀਆਂ ਨੂੰ ਕੀ ਕਹਿੰਦੀ ਹੈ ਬੀਜੇਪੀ ਗਵਰਨਮੈਂਟ? ਦਲਾਲ, ਵਿਚੋਲੀਏ, ਦਲਾਲ। ਬਾਪੂ ਨੂੰ ਕੋਈ ਬਿਮਾਰੀ ਹੋ ਗਈ, ਰਜਿੰਦਰਾ ਹਸਪਤਾਲ ਜਾਣ ਤੋਂ ਪਹਿਲਾਂ ਆੜਤੀਏ ਨੂੰ ਫੋਨ ਕਰਦੇ ਆ, ਉਹਦਾ ਮਨੀਮ ਜਾਂ ਉਹਦਾ ਮੁੰਡਾ ਗੇਟ ਤੇ ਖੜਾ ਹੁੰਦਾ ਪਟਿਆਲੇ 2 ਲੱਖ ਰੁਪਏ ਲਈ ਅੱਧੀ ਰਾਤ। ਤੇ ਹੁਣ ਬਾਪੂ ਬਿਮਾਰ ਹੋ ਗਿਆ, ਡਾਕਟਰਾਂ ਨੇ ਕਹਿਤਾ ਡੀਐਮਸੀ ਲੈ ਜਾਓ। ਅੰਡਾਨੀਆਂ ਨੂੰ ਫੋਨ ਕਰੋਗੇ ਵੀ ਡੀਐਮਸੀ ਪੈਸੇ ਪਹੁੰਚਾ ਦਿਓ ਜੀ, ਉਹ ਕਹਿਣਗੇ ਆਪਣਾ ਤਾਂ ਐਗਰੀਮੈਂਟ ਹੀ ਨਹੀਂ ਹੋਇਆ ਅਜੇ, ਤੇਰੀ ਫਸਲ ਪੱਕ ਲੈਣ ਦੇ ਫੇਰ ਗੱਲ ਕਰ। ਬਠਿੰਡਾ ਸ਼ਹਿਰ ਦੇ ਆਲੇ ਦੁਆਲੇ ਦੇ ਕਸਬਿਆਂ ਤੋਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋਏ ਕਾਰੋਬਾਰੀ ਸੱਜਣ, ਵਪਾਰੀ ਭਰਾ, ਵੱਖ-ਵੱਖ ਹੋਰ ਧੰਦਿਆਂ ਨਾਲ ਸੰਬੰਧਿਤ ਜਿੰਨੇ ਵੀ ਕਦਮ ਤੁਸੀਂ ਅੱਜ ਚੱਲ ਕੇ ਇੱਥੇ ਆਏ ਹੋ, ਸਾਡੇ ਸਿਰ ਮੱਥੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰ ਵੀ ਆਏ ਹੋਏ ਨੇ, ਵਲੰਟੀਅਰ, ਅਹੁਦੇਦਾਰ ਸਾਹਿਬਾਨ ਬਠਿੰਡਾ ਜ਼ਿਲ੍ਹੇ ਦੇ, ਸਾਡੇ ਐਮਐਲਏ ਸਾਹਿਬਾਨ ਸਾਰੇ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ, ਔਰ ਸਟੇਜ ਤੇ ਬਿਰਾਜਮਾਨ ਦੇਸ਼ ਦੇ ਸਭ ਤੋਂ ਵੱਧ ਮਸ਼ਹੂਰ ਤੇ ਸਭ ਤੋਂ ਵੱਧ ਹਰਮਨ ਪਿਆਰੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜੀ, ਔਰ ਬਹੁਤ ਛੋਟੀ ਉਮਰ ਦੇ ਵਿੱਚ 3 ਵਾਰ ਤਿਲਕ ਨਗਰ ਤੋਂ ਲਗਾਤਾਰ ਐਮਐਲਏ ਬਣਦੇ ਆ ਰਹੇ ਮੇਰੇ ਭਰਾ ਜਰਨੈਲ ਸਿੰਘ ਜੀ, ਔਰ ਉਹਨਾਂ ਤੋਂ ਵੀ ਛੋਟੀ ਉਮਰ ਦੇ ਰਜਿੰਦਰ ਨਗਰ ਤੋਂ ਐਮਐਲਏ ਤੇ ਜਲ ਬੋਰਡ ਦੇ ਚੇਅਰਮੈਨ, ਦਿੱਲੀ ਦੇ ਜਲ ਬੋਰਡ ਦੇ, ਕਿਉਂਕਿ ਦਿੱਲੀ ਦਾ ਜਲ ਬੋਰਡ ਜਿਹੜਾ ਹੈ ਉਹਦਾ ਚੇਅਰਮੈਨ ਸਮਝ ਲਓ ਪੰਜਾਬ 'ਚ ਬਿਜਲੀ ਬੋਰਡ ਦਾ ਚੇਅਰਮੈਨ, ਕਿਉਂਕਿ ਜਿੰਨੀ ਆਪਾਂ ਨੂੰ ਬਿਜਲੀ ਦੀ ਇੱਥੇ ਜ਼ਿਆਦਾ ਜ਼ਰੂਰਤ ਰਹਿੰਦੀ ਹੈ, ਦਿੱਲੀ ਦੇ ਵਿੱਚ ਪਾਣੀ ਦੀ ਜ਼ਰੂਰਤ ਨਹੀਂ ਰਹਿੰਦੀ ਹੈ। ਸੋ ਬਹੁਤ ਔਖਾ ਮਹਿਕਮਾ ਹੈ, ਬਹੁਤ ਗਾਲਾਂ ਖਾਣ ਵਾਲਾ ਮਹਿਕਮਾ ਹੈ ਕਿ ਸਾਡੇ ਇੱਥੇ ਪਾਣੀ ਦਾ ਟੈਂਕਰ ਨਹੀਂ ਪਹੁੰਚਿਆ, ਸਾਡੇ ਪਾਈਪਾਂ ਨਹੀਂ ਪਈਆਂ, ਸਾਡੀ ਟੂਟੀ ਲੀਕ ਹੋ ਗਈ ਸਾਡਾ, ਪਰ ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਜਲ ਬੋਰਡ ਨੂੰ ਚਲਾ ਰਹੇ ਨੇ ਮੇਰਾ ਵੀਰ ਰਾਘਵ ਚੱਡਾ। ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਠਿੰਡੇ ਦੇ ਵਿੱਚ ਅੱਜ ਆਏ ਆ, ਕੱਲ ਮਾਨਸਾ ਸੀਗੇ। ਅਸੀਂ ਕੋਈ ਚੁਣਾਵੀ ਦੌਰਾ ਨਹੀਂ ਕਰ ਰਹੇ, ਅਸੀਂ ਸੁਖਬੀਰ ਬਾਦਲ ਵਾਂਗੂ 100 ਰੈਲੀਆਂ ਕਰਾਂਗੇ, ਉਹ ਨਹੀਂ ਕਰ ਰਹੇ। ਅਸੀਂ ਤਾਂ ਲਗਭਗ ਇੱਥੇ 70% ਬੰਦੇ ਉਹ ਨੇ ਜਿਹੜੇ ਕਦੇ ਵੀ ਕਿਸੇ ਪੋਲੀਟੀਕਲ ਰੈਲੀ 'ਚ ਨਹੀਂ ਜਾਂਦੇ, ਕਿਉਂਕਿ ਆਪਦਾ ਕੰਮ ਕਾਰ ਕਰਦੇ ਨੇ। ਹਾਂ, ਜੇ ਉਹਨਾਂ ਨੂੰ ਬੁਲਾ ਲਿਆ ਜਾਵੇ, ਉਹਨਾਂ ਨਾਲ ਗੱਲ ਕਰ ਲਈ ਜਾਵੇ ਕਿ ਤੁਹਾਡੇ ਮਸਲੇ ਕੀ ਨੇ, ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਤੁਹਾਡੇ ਲਈ ਕੀ ਕਰੇ, ਤਾਂ ਉਹ ਜਿਵੇਂ ਅੱਜ ਆਏ ਨੇ ਬੜੇ ਚਾਅ ਨਾਲ ਆਉਂਦੇ ਨੇ ਕਿ ਸਾਨੂੰ ਕਿਸੇ ਨੇ ਪੁੱਛਿਆ ਤਾਂ ਹੈ, ਨਹੀਂ ਤਾਂ ਕੋਈ ਪੁੱਛਦਾ ਹੀ ਨਹੀਂ, ਆਪ ਬੋਲ ਕੇ ਚਲੇ ਜਾਂਦੇ ਨੇ, ਸੁਣਦੇ ਨਹੀਂ ਹੈਗੇ, ਸੁਣਾਉਂਦੇ ਨੇ ਨਰਿੰਦਰ ਮੋਦੀ ਵਾਂਗੂ। ਤੁਹਾਡੇ ਮਨ ਕੀ ਬਾਤ ਥੋੜੀ ਸੁਣਦਾ ਹੈ, ਮਹੀਨੇ ਦੇ ਆਖਰੀ ਐਤਵਾਰ ਨੂੰ ਆਪਦੇ ਮਨ ਕੀ ਬਾਤ ਕਰਦਾ। ਰੇਡੀਓ ਤੇ ਕਿਹੜਾ ਉਹਦੇ ਨਾਲ ਗੱਲਬਾਤ ਕਰ ਸਕਦੇ ਆ, ਰੇਡੀਓ ਤਾਂ ਚੱਲੀ ਜਾਊਗਾ, ਨਾ ਬੋਲ ਸਕਦੇ ਆ ਉਹਦੇ ਨਾਲ ਵੀ, ਆਹ ਗੱਲ ਨਹੀਂ ਹੈਗੀ ਨਾ, ਜੋ ਕਹਿਤਾ ਕਹਿਤਾ। ਬਈ ਵਪਾਰੀ ਜਿਹੜਾ ਹੈ, ਮੈਂ ਵਪਾਰ ਨਾਲ ਸੰਬੰਧਿਤ ਗੱਲਾਂ ਕਰੂੰਗਾ ਕੁਝ। ਮੇਰਾ ਹਲਕਾ ਹੈ ਇਹ, ਮੇਰਾ ਇਲਾਕਾ ਹੈ, ਮੇਰੀ ਬੋਲੀ ਸਾਂਝੀ ਹੈ, ਮੇਰਾ ਪਾਣੀ ਪੱਤਣਾ ਦਾ ਸਾਂਝਾ ਹੈ ਆਪਣਾ। ਮਾਨਸਾ, ਭੀਖੀ, ਬੁਢਲਾਡਾ, ਝਨੀਰ, ਬੋਹਾ, ਬਰੇਟਾ, ਬਠਿੰਡਾ, ਗੋਨਿਆਣਾ, ਗਿੱਦੜਬਾਹਾ, ਆਪਣੀ ਹਲਕੇ ਨੇ, ਰਿਸ਼ਤੇਦਾਰੀਆਂ ਨੇ, ਇੱਕ ਦੂਜੇ ਨਾਲ ਦਾਤੀਆਂ ਕਈਆਂ ਦੀ ਵੀ ਸਾਂਝ ਹੈ। ਜਾਣਦੇ ਹਾਂ, ਵਪਾਰੀਆਂ ਨੂੰ ਜਾਣਦੇ ਹਾਂ ਕਿ ਉਹਨਾਂ ਦਾ ਕੰਮਕਾਰ ਕੀ ਹੈ, ਇੱਕ ਦੂਜੇ ਨਾਲ ਧਾਰੀ ਫੜਨ ਵਾਲਾ ਵੀ ਕੰਮ ਚੱਲਦਾ ਹੈ, ਆੜਤੀਆਂ ਨਾਲ 9 ਮਾਸ ਦਾ ਰਿਸ਼ਤਾ ਜਿਹਨੂੰ ਇਹ ਤੋੜਨ ਲੱਗੇ ਹੋਏ ਨੇ। ਸੋ ਵਪਾਰੀ ਜਿਹੜਾ ਉਹ ਲੀਡਰਾਂ ਕੋਲੇ ਕਦੋਂ ਜਾਂਦਾ ਹੈ? ਵਪਾਰੀ ਲੀਡਰਾਂ ਕੋਲੇ, ਪੋਲੀਟੀਕਲ ਲੋਕਾਂ ਕੋਲੇ ਉਦੋਂ ਜਾਂਦਾ ਹੈ ਜਦੋਂ ਵੋਟਾਂ 'ਚ ਮਹੀਨਾ ਕੁ ਰਹਿ ਜਾਂਦਾ ਹੈ। ਉਦੋਂ ਥੋੜਾ ਥੋੜਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਆਉਣਗੇ, ਪਰ ਉਹਨੂੰ ਨਾਲ ਸ਼ੱਕ ਵੀ ਹੁੰਦਾ ਹੈ, ਕੀ ਪਤਾ ਅੱਜ ਕੱਲ੍ਹ ਮਸ਼ੀਨਾਂ 'ਚ ਕੀ ਹੁੰਦਾ ਹੈ, ਇਹ ਵੀ ਆ ਸਕਦੇ ਨੇ। ਉਹ ਫਿਰ 2 ਲਾਲ ਰੰਗ ਦੀਆਂ ਥੈਲੀਆਂ, ਲਾਲ ਰੰਗ ਦੀਆਂ ਥੈਲੀਆਂ ਉਹ ਦੋਨਾਂ ਕੋਲ ਹੀ ਲੈ ਜਾਂਦਾ ਹੈ। ਉਹ 'ਚ ਪੈਸੇ ਹੁੰਦੇ ਨੇ, ਲੱਖਾਂ ਰੁਪਏ ਹੁੰਦੇ ਨੇ, ਉਹਦੀ ਆਪਦੀ ਮਿਹਨਤ ਦੀ ਕਮਾਈ ਦੇ। ਉਹ ਇਸ ਕਰਕੇ ਨਹੀਂ ਉਹਨਾਂ ਨੂੰ ਫੰਡ ਦਿੰਦਾ ਕਿ ਤੁਸੀਂ ਆਓ ਤੇ ਤੁਹਾਡੇ ਆਉਣ ਨਾਲ ਸਾਨੂੰ ਬਹੁਤ ਖੁਸ਼ੀ ਹੋਊਗੀ। ਉਹ ਦਿਲੋਂ ਦੁਖੀ ਹੁੰਦਾ ਹੈ। ਬਾਹਰੋਂ ਤਾਂ ਕਹਿੰਦਾ ਵੀ ਆਹ ਲਓ ਜੀ ਇੱਕ ਭੇਟਾ ਥੋੜੀ ਜੀ, ਅੰਦਰੋਂ ਇਹ ਕਹਿੰਦਾ ਹੁੰਦਾ ਹੈ ਆਹ ਲਓ ਜੀ, ਜੇ ਤੁਸੀਂ ਸਰਕਾਰ 'ਚ ਆ ਗਏ ਸਾਨੂੰ ਤੰਗ ਨਾ ਕਰਿਓ, ਆਹ ਲਓ ਜੀ ਤੁਸੀਂ ਵੀ, ਜੇ ਤੁਸੀਂ ਆ ਗਏ ਸਾਨੂੰ ਤੰਗ ਨਾ ਕਰਿਓ, ਸਾਨੂੰ ਕੰਮ ਕਰ ਲੈਣ ਦਿਓ। ਪੈਸੇ ਇਸ ਗੱਲ ਦੇ ਦਿੱਤੇ ਜਾ ਰਹੇ ਨੇ ਕਿ ਸਾਨੂੰ ਆਪਦਾ ਕੰਮ ਕਰ ਲੈਣ ਦਿਓ, ਜਦ ਕਿ ਸਰਕਾਰਾਂ ਦਾ ਕੰਮ ਹੁੰਦਾ ਉਹਨਾਂ ਦੇ ਕੰਮਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਦੇ ਕੰਮਾਂ ਨੂੰ ਹੋਰ ਵਧਾਉਣਾ, ਉਹਨਾਂ ਦੇ ਕੰਮਾਂ ਵਾਸਤੇ ਕਰਜ਼ੇ, ਲੋਨ, ਇਹੋ ਜਿਹੀਆਂ ਸਕੀਮਾਂ ਲੈ ਕੇ ਆਉਣੀਆਂ ਕਿ ਉਹਨਾਂ ਦਾ ਕੰਮ ਵਧੇ। ਸਾਡੇ ਇੱਥੇ ਉਲਟਾ ਹੈ। ਸਹੀ ਹੈ ਨਾ? ਸਹੀ ਬੋਲ ਰਿਹਾ ਨਾ? ਹਾਂ। ਸੋ ਫਿਰ ਜਦੋਂ ਉਹ ਆ ਜਾਂਦੇ ਨੇ, ਕੋਈ ਵੀ ਆ ਗਿਆ, ਇੱਧਰਲੇ ਆ ਗਏ ਚਾਹੇ ਇੱਧਰਲੇ ਆ ਗਏ, ਫਿਰ ਡਰ ਵੀ ਕਿਤੇ ਸਾਡੀ ਫੈਕਟਰੀ ਮੂਹਰ ਦੀ ਨਾ ਲੰਘ ਜੇ ਇਹ, ਤੇ ਫੈਕਟਰੀ ਮੂਹਰ ਦੀ ਲੰਘ ਕੇ ਜੇ ਪਾਣੀ ਵੀ ਪੀ ਗਿਆ ਨਾ ਅੰਦਰ, ਇਹਨੂੰ ਸਾਰਾ ਪਤਾ ਲੱਗ ਜਾਣਾ ਪ੍ਰੋਡਕਸ਼ਨ ਕਿੰਨੀ ਹੈ, ਇਹਨੇ ਹਿੱਸਾ ਪਾ ਲੈਣਾ, ਫੇਰ ਪੰਗਾ। ਡਰਨ ਲਾਤੇ, ਡਰਨ ਆਪਦੀ ਸਕਸੈਸ ਤੋਂ, ਸਫਲਤਾ ਤੋਂ ਡਰਦੇ ਆ ਕਿ ਯਾਰ ਜ਼ਿਆਦਾ ਕਾਮਯਾਬ ਨਾ ਹੋ ਜਾਈਏ, ਨਹੀਂ ਤਾਂ ਹਿੱਸਾ ਪਾ ਲੈਣਗੇ। ਸੋ ਇਹ ਕੰਮ ਸਰਕਾਰਾਂ ਦਾ ਨਹੀਂ ਹੁੰਦਾ। ਲੋਕਾਂ ਨੂੰ ਡਰਾਉਣ ਵਾਸਤੇ ਥੋੜੀ ਸਰਕਾਰਾਂ ਬਣਦੀਆਂ ਨੇ, ਲੋਕਾਂ ਨੂੰ ਤਰੱਕੀ ਕਰਾਉਣ ਵਾਸਤੇ, ਲੋਕਾਂ ਦੇ ਕਾਰੋਬਾਰ ਵਧਾਉਣ ਵਾਸਤੇ ਸਰਕਾਰਾਂ ਬਣਦੀਆਂ ਨੇ। ਨਹੀਂ ਹੁੰਦਾ ਇੱਦਾਂ ਦਾ।
ਅੱਜ ਅਸੀਂ ਤੁਹਾਡੇ ਨਾਲ ਇਹ ਗੱਲ ਕਰਨ आए हाँ, ਤੁਹਾਡੇ ਕੋਲੋਂ ਅਸੀਂ ਕੋਈ लाल पीले रंग की थैली लैन नहीं आए। ਅਸੀਂ ਤੁਹਾਡੇ ਨਾਲ ਉਹਨਾਂ ਥੈਲੀਆਂ ਦੇ ਵਿੱਚ ਜੋ ਤੁਸੀਂ ਪਾ ਕੇ ਦਿੰਦੇ ਹੋ ਉਹ ਤੋਂ ਵੀ ਵੱਧ ਕੀਮਤੀ ਤੁਹਾਡੇ ਵਿਚਾਰ, ਤੁਹਾਡੇ ਦੁੱਖ ਤੇ ਤੁਹਾਡੇ ਦਰਦ ਸੁਣਨ ਵਾਸਤੇ ਆਏ ਹਾਂ, ਹੋਰ ਕੋਈ ਕੰਮ ਨਹੀਂ ਆਇਆ। ਇਹ ਗਲਤਫਹਿਮੀ ਹੈ ਕਿ ਪੈਸੇ ਨਾਲ ਇਲੈਕਸ਼ਨ ਜਿੱਤੀ ਜਾਂਦੀ ਹੈ। ਮੈਂ ਤੁਹਾਡੇ ਸਾਹਮਣੇ ਸਬੂਤ ਖੜਾ, ਕਿਤੇ ਨੇੜੇ ਤੇੜੇ ਖੜਦੇ ਆ ਜੀ ਕੇਵਲ ਢਿੱਲੋਂ ਹੋਰਾਂ ਦੇ, ਉਹ ਵੱਡੇ ਵੱਡੇ ਵਪਾਰੀ ਜਿਹੜੇ 500 600 ਮਿਲੀਅਨ ਰੁਪੀਜ਼ ਤਾਂ ਡਿਕਲੇਅਰ ਕਰਦੇ ਨੇ, ਇੰਨੇ ਪੈਸੇ ਉਹਨਾਂ ਕੋਲੇ ਨੇ। ਸਾਡਾ ਤਾਂ ਜੇ ਉਹ ਜੋ 10ਵਾਂ ਹਿੱਸਾ ਵੀ ਸਾਨੂੰ ਦੇ ਦੇਣ, ਸਾਡਾ ਤਾਂ ਸਾਰੇ ਟੱਬਰ ਦਾ ਥੁੱਕ ਮੁੱਕ ਜੇ ਉਹਨਾਂ ਨੂੰ ਗਿਣਦਿਆਂ ਦਾ, ਇੰਨੇ ਨੇ ਉਹਨਾਂ ਕੋਲੇ। ਪਰ ਇਧਰੋਂ ਆਮ ਆਦਮੀ ਪਾਰਟੀ, ਝਾੜੂ, ਮੂਹਰੇ ਮੋਟਰਸਾਈਕਲ ਵਾਲੇ ਭਮੱਕੜ ਲੱਖਾਂ ਤੇ ਹਾਰਦੇ ਨੇ ਜੀ। ਦੇਖ ਲਓ, ਪੈਸਾ ਨਹੀਂ ਖਰਚਦੇ ਅਸੀਂ, ਪਿਆਰ ਹੈ ਸਾਡੇ ਕੋਲੇ, ਬਸ ਆਹ ਫਰਕ ਹੈ। ਬਸ ਸੀਐਮ ਸਾਹਿਬ ਕੇਵਲ ਢਿੱਲੋਂ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਜਦੋਂ ਭਰੇ ਕਾਗਜ਼, ਉਹਦੇ ਵਿੱਚ ਇਹ ਡਿਕਲੇਅਰ ਕੀਤਾ, ਕਿਉਂਕਿ ਸਾਰਾ ਕੁਝ ਡਿਕਲੇਅਰ ਕਰਨਾ ਪੈਂਦਾ, ਕਿ ਮੇਰੇ ਕੋਲੇ 4 ਵਿਦੇਸ਼ੀ ਘੜੀਆਂ ਨੇ ਜਿਨ੍ਹਾਂ ਦੀ ਕੀਮਤ 16 ਲੱਖ ਹੈ, 4 ਲੱਖ ਦੀ ਇੱਕ ਘੜੀ। ਤਾਂ ਮੈਂ ਲੋਕਾਂ ਨੂੰ ਕਿਹਾ ਵੀ ਦੇਖ ਲਓ, ਕੁਦਰਤ ਹੈ, 16 ਲੱਖ ਦੀਆਂ ਘੜੀਆਂ ਲਈ ਫਿਰਦਾ, ਵਕਤ ਫੇਰ ਵੀ ਮਾੜਾ ਚੱਲ ਰਿਹਾ ਹੈ, ਤੇ ਮੈਂ ਘੜੀ ਬੰਨਦਾ ਹੀ ਨਹੀਂ, ਬੱਲੇ ਬੱਲੇ ਹੋਈ ਪਈ ਹੈ। ਇਹ ਘੜੀਆਂ ਨਾਲ ਵਕਤ ਨਹੀਂ ਬਦਲਦਾ, ਇਹ ਵਕਤ ਜਿਹੜਾ ਹੈ ਉਹਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਟਾਈਮ ਨੂੰ ਬਦਲਣ ਵਾਸਤੇ, ਜ਼ਮਾਨੇ ਨੂੰ ਬਦਲਣ ਵਾਸਤੇ, ਸਿਸਟਮ ਨੂੰ ਬਦਲਣ ਵਾਸਤੇ ਹਿੰਮਤ ਚਾਹੀਦੀ ਹੈ। ਤੁਹਾਡੇ ਸਾਹਮਣੇ ਬੈਠਾ ਅਰਵਿੰਦ ਕੇਜਰੀਵਾਲ ਅਮਿਤ ਸ਼ਾਹ ਵਰਗੇ ਪਰਚੇ ਵੰਡਣ ਲਾਤੇ। ਅਮਿਤ ਸ਼ਾਹ ਵਰਗੇ ਪਰਚੇ ਵੰਡਦੇ ਫਿਰਦੇ ਸੀ ਦਿੱਲੀ ਵਾਲੀਆਂ ਇਲੈਕਸ਼ਨਾਂ 'ਚ, ਲਾ ਲੈਣਾ ਹੈਲੀਕਾਪਟਰਾਂ ਵਾਲੇ ਥੱਲੇ, ਕੀ ਕਹਿ ਕੇ? ਇਹ ਕਹਿ ਕੇ ਕਿ ਮੁਹੱਲਾ ਕਲੀਨਿਕ ਬਣਾਵਾਂਗੇ, ਸਕੂਲ ਬਣਾਵਾਂਗੇ, CCTV ਕੈਮਰੇ ਲੱਗਣਗੇ, ਹੋਰ ਜ਼ਿਆਦਾ ਤਰੱਕੀ ਕਰਾਂਗੇ, ਜੇ ਚੰਗੇ ਲੱਗੇ 5 ਸਾਲ ਦੇ ਕੰਮ ਵੋਟ ਪਾ ਦਿਓ, ਨਹੀਂ ਨਾ ਪਾਇਓ। ਇਹ ਕੋਈ ਕਹਿ ਸਕਦਾ? ਇੱਥੇ ਬਾਦਲ ਸਾਹਿਬ, ਕੈਪਟਨ ਸਾਹਿਬ ਕਦੋਂ ਦੇ ਲੱਗੇ ਨੇ, ਇੱਕ ਮੌਕਾ ਹੋਰ ਦਿਓ ਜੀ, ਇੱਕ ਮੌਕਾ ਹੋਰ ਦਿਓ ਜੀ। ਸਾਡੇ ਤਾਂ ਮੌਕੇ ਹੀ ਮੁੱਕ ਗਏ ਇਹਨਾਂ ਨੂੰ ਮੌਕੇ ਦਿੰਦਿਆਂ ਨੂੰ। ਸੋ ਇਸ ਕਰਕੇ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ। ਨੀਅਤ ਸਾਫ਼ ਦੀ ਗੱਲ ਹੈ। ਸੀਐਮ ਸਾਹਿਬ ਇੰਡਸਟਰੀ ਵਾਲੇ ਬੈਠੇ ਨੇ, ਬਿਜਲੀ ਦੀ ਕਮੀ, ਹਾਲਾਂਕਿ ਬਿਜਲੀ ਪੈਦਾ ਕਰਦਾ ਸਾਡਾ ਪੰਜਾਬ, ਤੁਸੀਂ ਬਿਜਲੀ ਖਰੀਦਦੇ ਹੋ, ਤੁਸੀਂ 24 ਘੰਟੇ ਦੇਈ ਜਾਂਦੇ ਹੋ ਬਿਜਲੀ। ਸਾਡੇ ਇੱਥੇ ਬਿਜਲੀ ਦੀ ਕਮੀ, ਸਭ ਤੋਂ ਪਹਿਲੀ ਮਾਰ ਇੰਡਸਟਰੀ ਨੂੰ। ਹਫ਼ਤੇ 'ਚੋਂ 3 ਦਿਨ ਫੈਕਟਰੀਆਂ ਚੱਲਣਗੀਆਂ, ਬਸ ਪਾਬੰਦੀ। ਚਲੋ ਜੀ ਹਜੇ ਵੀ ਘੱਟ ਹੈ, ਹਫ਼ਤੇ 'ਚੋਂ ਸਿਰਫ 2 ਦਿਨ ਫੈਕਟਰੀਆਂ ਚੱਲਣਗੀਆਂ। ਤੇ ਇੱਥੇ ਖਬਰਾਂ ਜਿਹੜੀਆਂ ਆਉਂਦੀਆਂ ਨੇ ਇਸ ਗੱਲ ਦੀਆਂ ਨਹੀਂ ਕਿ ਫੈਕਟਰੀਆਂ ਚੱਲ ਰਹੀਆਂ ਨੇ, ਇੱਥੇ ਖਬਰਾਂ ਆਉਂਦੀਆਂ ਨੇ, ਛਾਪੇ ਪੈਂਦੇ ਨੇ ਜਦੋਂ, ਕਿ ਬਠਿੰਡੇ ਦੇ ਵਿੱਚ 7 ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਜਿਵੇਂ ਕੋਈ ਸ਼ਰਾਬ ਦੀ ਭੱਠੀ ਨਹੀਂ ਚੱਲਦੀ ਫੜੀ ਜਾਂਦੀ, ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ। ਮਤਲਬ ਕਾਰੋਬਾਰੀ ਕੰਮ ਕਰਦਾ ਫੜਿਆ ਗਿਆ। ਫਿਰ ਕਿਹੜੇ ਮਾਹੌਲ 'ਚ ਕੰਮ ਕਰ ਲਓਗੇ ਜੀ ਤੁਸੀਂ? ਸੋ ਅੱਜ ਤੁਸੀਂ ਕੁਝ ਦਸ਼ਾ ਤੇ ਦਿਸ਼ਾ ਇਹਨਾਂ ਨੂੰ ਦੱਸ ਕੇ ਜਾਓ, ਕਿਉਂਕਿ ਦਿੱਲੀ ਤੁਸੀਂ ਵਪਾਰੀਆਂ ਨਾਲ ਗੱਲ ਕਰਕੇ, ਦਿੱਲੀ ਦੇ ਵਪਾਰੀ ਜਿਹੜੇ ਨੇ ਉਹਨਾਂ ਦਾ ਕਾਇਆ ਪਲਟ ਕਰਕੇ ਰੱਖਤਾ। ਭਾਵੇਂ ਪਹਿਲਾਂ ਵੈਟ ਸੀ, ਵੈਟ ਵੇਲੇ ਤੁਸੀਂ 12%, 12.5% ਤੋਂ ਵੈਟ ਘਟਾ ਕੇ 5% ਕਰਤਾ, ਫਿਰ ਵੀ ਕਲੈਕਸ਼ਨ ਜਿਹੜੀ ਵੈਟ ਦੀ ਉਹ 3-4 ਹਜ਼ਾਰ ਕਰੋੜ ਵੱਧ ਗਈ, ਕਿਉਂਕਿ ਵਪਾਰੀ ਕਹਿੰਦਾ ਮੇਰੇ ਇੰਸਪੈਕਟਰ ਨਹੀਂ ਆਉਂਦਾ, ਹੁਣ ਵੈਟ ਮੈਨੂੰ ਘੱਟ ਹੈ, ਮੈਂ ਸਾਰਾ ਵੈਟ ਦੇਵਾਂਗਾ। ਲੋਕ ਟੈਕਸ ਦੇਣ ਨੂੰ ਤਿਆਰ ਨੇ, ਬਸ਼ਰਤੇ ਕਿ ਲੋਕਾਂ ਨੂੰ ਇਹ ਵਿਸ਼ਵਾਸ ਬਣੇ ਕਿ ਇਹ ਟੈਕਸ ਜਿਹੜਾ ਹੈ ਮੈਂ ਇਮਾਨਦਾਰ ਗੌਰਮੈਂਟ ਨੂੰ ਦੇ ਰਿਹਾ, ਇਹ ਟੈਕਸ ਕਿਸੇ ਨਾ ਕਿਸੇ ਰੂਪ 'ਚ ਮੇਰੇ ਕੋਲੇ ਵਾਪਸ ਆਊਗਾ। ਬਸ ਆ
ਸਕੂਲਾਂ ਰਾਹੀਂ ਵਾਪਸ ਆਊਗਾ, ਸੜਕਾਂ ਰਾਹੀਂ ਵਾਪਸ ਆਊਗਾ, ਕਿਸੇ ਨਾ ਕਿਸੇ ਇਨਫਰਾਸਟ੍ਰਕਚਰ ਰਾਹੀਂ ਵਾਪਸ ਆਊਗਾ, ਫੋਕਲ ਪੁਆਇੰਟ ਬਣਨਗੇ, SEZ ਬਣਨਗੇ, ਬਿਜਲੀ ਮੈਨੂੰ ਸਸਤੀ ਮਿਲੂਗੀ, ਕਿਸੇ ਨਾ ਕਿਸੇ ਰੂਪ 'ਚ ਮੇਰਾ ਟੈਕਸ ਮੈਨੂੰ ਵਾਪਸ ਆਊਗਾ। ਤਾਂ ਫਿਰ ਆਪਾਂ ਨੂੰ CA ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਯਾਰ ਹੋਰ ਘਟਾ ਲਾ, ਕਿਧਰੇ ਹੋਰ ਪਾ ਦੇ ਖਰਚੇ, ਯਾਰ ਇਹਨਾਂ ਨੇ ਤਾਂ ਖਾਣਾ ਹੀ ਹੈ। ਆ ਬਣ ਗਈ ਨਾ ਇਮੇਜ, ਪਰਸੈਪਸ਼ਨ ਬਣ ਗਈ ਲੀਡਰਾਂ ਦੀ ਕਿ ਜਿੰਨੇ ਦਿਨੇ ਇਹਨਾਂ ਦੇ ਢਿੱਡ 'ਚ ਜਾਣੇ ਆ। ਸੋ ਵੀਰੋ, ਇੱਕ ਨਵੀਂ ਦਿਸ਼ਾ ਤੇ ਦਸ਼ਾ ਬਦਲਣ ਲੱਗੀ ਹੈ। ਕੁਛ ਨਾ ਕੁਛ ਉਮੀਦ ਦਾ ਇੱਕ ਥੋੜਾ ਜਿਹਾ ਚਾਨਣ ਮੁਨਾਰਾ ਦਿਖਿਆ। 70 ਸਾਲਾ ਹਨੇਰੀ ਸੁਰੰਗ ਦੇ ਵਿੱਚ ਇੱਕ ਛੋਟੀ ਜੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਕੇਜਰੀਵਾਲ ਦੇ ਰੂਪ 'ਚ, ਆਮ ਆਦਮੀ ਪਾਰਟੀ ਦੇ ਰੂਪ 'ਚ, ਕਿ ਸ਼ਾਇਦ ਇਹਦੇ ਤੋਂ ਕੋਈ ਚਾਨਣ ਜਿਹਾ ਲੈ ਕੇ ਇਹ ਹਨੇਰੀ ਸੁਰੰਗ 'ਚੋਂ ਨਿਕਲ ਜਾਣਗੇ। ਨਹੀਂ ਤਾਂ ਆ ਬੈਠੇ ਆ ਫਸੇ, ਉਹੀ ਚੱਲੀ ਜਾਂਦਾ। ਹੁਣ ਕੱਲਾ ਕਿਸਾਨ ਨਹੀਂ, ਹੁਣ ਵਪਾਰੀਆਂ ਦੀਆਂ ਖੁਦਕੁਸ਼ੀਆਂ ਦੀ ਵੀ ਖਬਰ ਆਉਂਦੀ ਹੈ। ਬਠਿੰਡੇ 'ਚ ਹੋਇਆ, ਪੂਰਾ ਪਰਿਵਾਰ ਹੋਇਆ, ਵਪਾਰੀਆਂ ਦੀਆਂ ਖੁਦਕੁਸ਼ੀਆਂ ਵੀ ਸ਼ੁਰੂ ਹੋ ਗਈਆਂ। ਤੁਹਾਨੂੰ ਚੋਰ ਸਮਝਦੇ ਆ, ਟੈਕਸ ਵੀ ਸਭ ਤੋਂ ਵੱਧ ਦਿੰਦੇ ਹੋ, ਚੋਰ ਵੀ ਕਹਾਉਂਦੇ ਹੋ। ਮੈਂ ਕਹਿੰਦਾ ਸਭ ਤੋਂ ਵੱਡੇ ਦੇਸ਼ ਭਗਤ ਤੁਸੀਂ ਹੋ ਕਿ ਤੁਸੀਂ ਕੰਮ ਵੀ ਦਿੰਦੇ ਹੋ, ਰੋਜ਼ਗਾਰ ਦਿੰਦੇ ਹੋ, ਟੈਕਸ ਦਿੰਦੇ ਹੋ। ਤੁਹਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੈ ਯਾਰ? ਸੋ ਹੁਣ ਜਾਂ ਤਾਂ ਫਿਰ ਆਪਾਂ ਇੱਧਰ ਉੱਧਰ ਜਾਂਦੇ ਹਾਂ, ਹਿਮਾਚਲ ਵੱਲ ਨੂੰ ਭੱਜ ਰਹੇ ਹਾਂ ਜਾਂ ਦਿੱਲੀ ਵੱਲ ਨੂੰ ਭੱਜ ਰਹੇ ਹਾਂ ਕਿ ਇੱਥੇ ਕੰਮ ਕਰਨ ਦਾ ਮਾਹੌਲ ਨਹੀਂ ਰਿਹਾ। ਅਸੀਂ ਲੁਧਿਆਣੇ ਦੇ ਵਪਾਰੀਆਂ ਨੂੰ ਮਿਲੇ, ਜਲੰਧਰ ਦੇ ਵਪਾਰੀਆਂ ਨੂੰ ਮਿਲੇ, ਅੰਮ੍ਰਿਤਸਰ ਦੇ ਵਪਾਰੀਆਂ ਨੂੰ ਮਿਲੇ, ਆਹੀ ਰੋਣਾ ਉਹਨਾਂ ਦਾ, ਮਾਰੇ ਗਏ ਜੀ, ਪੱਟੇ ਗਏ ਜੀ, ਸਾਨੂੰ ਤਾਂ ਕੁਛ ਮਿਲਦਾ ਹੀ ਨਹੀਂ ਜੀ, ਸਰਕਾਰਾਂ ਸਾਡੇ 'ਤੇ ਪਾਬੰਦੀਆਂ ਲਾਉਂਦੀਆਂ ਨੇ ਜੀ, ਸਾਡੇ ਜੇ ਜ਼ਮੀਨ ਲੈ ਲਈ ਜੀ ਸਾਨੂੰ ਉਹਦਾ ਸਰਟੀਫਿਕੇਟ ਨਹੀਂ ਮਿਲਦੇ ਜੀ ਫੈਕਟਰੀ ਲਾਉਣ ਦੇ, ਆਹ ਕਰ ਦਿਓ, ਉਹ ਕਰ ਦਿਓ, ਨੋ। ਦੇयर इज़ नो इंडस्ट्रियल पॉलिसी एट ऑल इन पंजाब, नो एजुकेशन पॉलिसी एट ऑल इन पंजाब, नो एग्रीकल्चर पॉलिसी इन पंजाब। अपना बठिंडा आड़तीए बैठे होणगे, बहुत आड़तीਆਂ ਨੂੰ ਕੀ ਕਹਿੰਦੀ ਹੈ बीजेपी गवर्नमेंट? दलाल, ਵਿਚੋਲੀਏ, दलाल ਵਿੱਚੋਂ ਖਾਂਦੇ ਨੇ। मैं खुद ਜ਼ਿਮੀਂਦਾਰਾਂ ਦਾ ਮੁੰਡਾ, मैं ਪਾਰਲੀਮੈਂਟ 'ਚ ਦੱਸਿਆ, ਮੈਂ ਕਿਹਾ ਕੀ ਹੁੰਦੇ ਨੇ ਆੜਤੀਏ। ਆੜਤੀਆ ਕੌਣ ਹੈ? ਆੜਤੀ ਕੋਲੇ ਸਾਡੀ 6-6 ਮਹੀਨਿਆਂ ਬਾਅਦ 2 ਫਸਲਾਂ ਜਾਂਦੀਆਂ, ਪਰ ਉਹਦੇ ਵਿੱਚ ਸਾਨੂੰ ਜਿਹੜੇ ਪੈਸੇ ਚਾਹੀਦੇ ਆ, ਭੈਣ ਦਾ ਵਿਆਹ ਆ ਗਿਆ, ਆੜਤੀਏ ਨੂੰ ਕਵਾਂਗੇ ਆ ਜਾਊਗਾ ਪੈਸਾ। ਬਾਪੂ ਨੂੰ ਕੋਈ ਬਿਮਾਰੀ ਹੋ ਗਈ, ਰਜਿੰਦਰਾ ਹਸਪਤਾਲ ਜਾਣ ਤੋਂ ਪਹਿਲਾਂ ਆੜਤੀਏ ਨੂੰ ਫੋਨ ਕਰਦੇ ਆ, ਉਹਦਾ ਮਨੀਮ ਜਾਂ ਉਹਦਾ ਮੁੰਡਾ ਗੇਟ ਤੇ ਖੜਾ ਹੁੰਦਾ ਪਟਿਆਲੇ, 2 ਲੱਖ ਰੁਪਇਆ ਲਈ ਅੱਧੀ ਰਾਤ ਨੂੰ। ਤੇ ਆੜਤੀਏ ਕੋਲੇ ਅਸੀਂ ਜਾਂਦੇ ਹਾਂ ਆਪਦੀ ਫਸਲ ਲੈ ਕੇ, ਉਹ ਫਸਲ ਲਹਾਉਂਦਾ, ਉਹਨੂੰ ਪੱਖਾ ਲਵਾਉਂਦਾ, ਠੀਕ ਹੈ, ਝਾਰ ਲਵਾਉਂਦਾ, ਉਹ ਤੋਂ ਬਾਅਦ ਉਹਨੂੰ ਬੋਲੀ ਲਵਾਉਂਦਾ, ਤਲਵਾ ਕੇ ਬੋਰੀਆਂ 'ਚ ਭਰਾਉਂਦਾ, ਤੂੰ ਸ਼ੈਲਰ 'ਚ ਪਹੁੰਚਾਉਂਦਾ। ਹੀ ਇਜ਼ ਏ ਸਰਵਿਸ ਪ੍ਰੋਵਾਈਡਰ। 2.5% ਆਪਦਾ ਉਧਰੋਂ ਲੈਂਦਾ, ਸਾਨੂੰ ਤਾਂ ਹੀ ਕੁਛ ਕਹਿੰਦਾ, ਸਰਵਿਸ ਪ੍ਰੋਵਾਈਡਰ ਹੈ। ਇਹ ਕਹਿੰਦੇ ਵਿਚੋਲੀਏ। ਤੇ ਹੁਣ ਬਾਪੂ ਬਿਮਾਰ ਹੋ ਗਿਆ, ਡਾਕਟਰਾਂ ਨੇ ਕਹਿਤਾ DMC ਲੈ ਜਾਓ। ਅੰਡਾਨੀਆਂ ਨੂੰ ਫੋਨ ਕਰੋਗੇ ਵੀ DMC ਪੈਸੇ ਪਹੁੰਚਾ ਦਿਓ ਜੀ, ਉਹ ਕਹਿਣਗੇ ਆਪਣਾ ਤਾਂ ਐਗਰੀਮੈਂਟ ਹੀ ਨਹੀਂ ਹੋਇਆ ਅਜੇ, ਤੇਰੀ ਫਸਲ ਪੱਕ ਲੈਣ ਦੇ ਫਿਰ ਗੱਲ ਕਰਾਂਗੇ। ਹੋਰ ਤਾਂ ਹੋਰ ਸਾਡੇ ਤਾਂ ਆੜਤੀਏ ਰਿਸ਼ਤੇ ਕਰਾਉਂਦੇ ਨੇ। ਜਿਹੜਾ ਆੜਤੀਆ ਰਿਸ਼ਤਾ ਕਰਾਉਂਦਾ ਨਾ, ਉਹ ਸਭ ਤੋਂ ਜ਼ਿਆਦਾ ਚੱਲਦਾ ਜੀ, ਉਹ ਸਭ ਤੋਂ ਜ਼ਿਆਦਾ ਵਿਸ਼ਵਾਸ ਵਾਲਾ ਹੁੰਦਾ, ਕਿਉਂਕਿ ਦੋਨੇ ਪਰਿਵਾਰਾਂ ਨੂੰ ਜਾਣਦਾ ਹੁੰਦਾ ਕਿ ਇਹਦੇ ਕੋਲ ਇੰਨੀ ਜ਼ਮੀਨ ਹੈ, ਇੰਨੀ ਠੇਕੇ ਤੇ ਲੈਂਦਾ, ਇਹਦੇ ਕੋਲੇ ਵੀ ਇੰਨੀ ਜ਼ਮੀਨ ਹੈ, ਇੰਨੀ ਠੇਕੇ ਤੇ ਕਰਦਾ, ਮੁੰਡਾ ਹੈ ਇਹਦੇ ਕੋਲੇ ਇੰਨਾ ਕਰਜਾਈ ਹੈ, ਇਹ ਇੰਨਾ ਕਰਜਾਈ ਹੈ। ਦੋਨਾਂ ਦਾ ਰਿਸ਼ਤਾ ਕਰਾਉਂਦਾ ਜੀ। ਉਹ ਰਿਸ਼ਤੇ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੇ ਨੇ। ਇਹਨਾਂ ਨੂੰ ਕੀ ਪਤਾ ਹੈ? ਮੈਂ ਔਰ ਆੜਤੀਆ ਜਿਹੜਾ ਉਹ ਅਨਡਿਕਲੇਅਰਡ CA, ਰਾਘਵ ਤੂੰ CA ਨਾ, ਜਿਹੜਾ ਆੜਤੀਆ ਉਹ ਕਿਸਾਨਾਂ ਦਾ ਅਨਡਿਕਲੇਅਰਡ ਬਿਨਾਂ ਪੈਸੇ ਤੋਂ CA, ਚਾਰਟਰਡ ਅਕਾਊਂਟੈਂਟ, ਉਹਦੇ ਟੱਬਰ ਦਾ ਹਿਸਾਬ ਰੱਖਦਾ। ਮੈਂ ਆਪਣੇ ਦਾਦਾ ਜੀ ਨਾਲ ਚਲਾ ਗਿਆ, ਕਸਤੂਰੀ ਲਾਲ ਸਾਡੇ ਆੜਤੀਆ ਉੱਥੇ ਸੁਨਾਮ, ਪੈਸੇ ਲੈਣ ਚਲੇ ਗਏ। ਦਾਦਾ ਜੀ ਕਹਿੰਦੇ ਲਾਲਾ ਜੀ ਰਕਮ ਚਾਹੀਦੀ ਹੈ। ਉਹ ਕਹਿੰਦੇ ਦਰਬਾਰ ਸਿੰਘ ਕਿੰਨੀ ਚਾਹੀਦੀ ਹੈ? ਦਾਦਾ ਜੀ ਕਹਿੰਦੇ 40,000 ਚਾਹੀਦਾ। 25-30 ਸਾਲ ਪਹਿਲਾਂ ਦੀ ਗੱਲ ਹੈ, ਮੈਂ ਛੋਟਾ ਹੁੰਦਾ ਸੀ। ਤੇ 40,000 ਦਰਬਾਰ ਸਿਆਂ
की करना है? वो कहते वो गज्जण सियों वाली जमीन नाल लगती है, खत्ता जिहा नाल ही लगता है, वो भी ले लैने फिर पूरी बन जू। तो आड़ती पता की कहता, कहना दरबार सिया आपदी चादर मुताबक पैर पसारी दे हुंदे ने, नाल तां पाकिस्तान तक लगती जाती है, ये नाल लगनों नहीं हटती। नहीं दिते जी उन्हें, नहीं दिते, क्योंकि उन्होंने पता सी तू 40 अज लेके जाएगा, यदा ब्याज तेनों जमीन की प्रोडक्शन नालों ज़्यादा पै जाऊगा। सीए सीगा वो साडा, इन्होंने सारे रिश्ते साडे तोड़ के रख देने ने। सो ये जिहड़ा स्पेयर पार्ट वाला, जे किसानी बिल लागू हो गए, स्पेयर पार्ट वाला खत्म, खेती नाल स्प्रेयां जी पैसटीसाइड दी दुकानां खत्म, ठीक है ना। फिर तो बड़े बड़े वो तो आपदियां लैके आउणगे जी, उन्हें वो अपने तो थोड़ी खरीदणगे मोनोक्रोटोफास, उन्होंने थोड़ी प्रधान अपने तो लैनी है। सो इस करके मैं तुहानूं कहना, जिहड़ा भी तुसीं काम कर रहे हो, एक तो सर दिल्ली की कनैक्टिविटी इत्थों मतलब बहुत पुअर है। ईवन तुसीं भी अज फंक्शन खत्म करके बड़ा वधिया हुंदा जे इत्थों कोई 5 बजे 7 बजे ऐसी ट्रेन जाती, तुसीं जाके 8-9 बजे दिन दिल्ली पहुँच जाते। तुहानूं अज अमृतसर तो फ्लाइट लैनी पै रही है, बठिंडे तो अमृतसर जाओगे, उत्थों फ्लाइट लाओगे। सो इत्थों कनैक्टिविटी दिल्ली की, क्योंकि दिल्ली नाल तो बहुत ज़्यादा व्यापार का संबंध है, वो बारे भी सानूं कोई ना आपां नूं करना पैना सर। तो बाकी जो भी रोड मैप तुसीं दसोगे, असीं उहनूं इन्हां नाल होर दोबारा छोटियां नुक्कड़ मीटिंगां करके होर भी ज़्यादा जिहड़े सुझाव जिहड़े लैंदे रहांगे। तो मैं यही चाहुंदा कि व्यापार वधूगा तो रोज़गार आऊगा, रोज़गार आऊगा तो साडे धीआं पुत्त जिहड़े ने वो बाहरले मुल्कां वल देखणों हटणगे। नहीं तो 15-20 लाख रुपया ला के आईलैट्स करके भज रहे हैं। इस मुल्क नूं छड्डना नहीं, ये अपना ही मुल्क है। आपां ये ना कहा करिए चल आपां की लैणा है, जे भगत सिंह होरी ये कह देंदे आपां की लैणा है, फिर हुण नूं अंग्रेज हुंदे। आपां क्यों नहीं लैणा यार, आपां ही लैणा है, आपां हिसाब लैणा है। मुल्क अपना है, जिन्हां नूं आपां मुल्क दिन्ने आ, जिन्हां नूं आपां सरकारां बना के दिन्ने आ, उन्हां तो आपां हिसाब लैणा है। ये ना क्या करो आपां की लैणा है, उन्होंने कहो भी इधर आओ असीं तुहाडे तों हिसाब लैणा है। साडे घरां दे चुल्हिਆਂ दी अग दे ਉਹ ਜ਼ਿੰਮੇਵਾਰ ने। जदों ਜਿਹੜੇ भी सूबे च ਜਿਹੜੇ भी मुल्क दे विच चुल्हिਆਂ दी अग ठंडी पै जे ते सिविਆਂ दी अग दीयां लाटां ਉੱਚੀਆਂ ਹੁੰਦੀਆਂ जाण, ये निकम्मे हाकमां दीयां निशानियां ਹੁੰਦੀਆਂ ने। सो ये पंजाब दे विच चल रहा है। आपां की करना है, सिविਆਂ दी अग ठंडी पाउणी है, भावें वो नशिਆਂ नाल मरी जांदे ने, भावें खुदकुशियां करी जांदे ने, ते आपां चुल्हिਆਂ दी अग बचाउणी है ताकि पंजाब नूं दुबारे पंजाब बनाईए। ना बठिंडे नूं पैरिस बनाउणा है, ना पंजाब नूं कैलीफोर्निया बनाउण दी लोड़ है। सानूं साडा पंजाब मोड़ दो। वाहिगुरू जी का खालसा, वाहिगुरू जी की फतेह।